Hello students, today we will start our new chapter number 13 sound। ਜਿਵੇਂ ਕਿ ਆਪਾਂ ਸਾਊਂਡ ਦੇ ਨਾਲ ਆਲਰੇਡੀ ਫੈਮੀਲੀਅਰ ਹੈਗੇ ਆ ਸਾਊਂਡ ਵਰਡ ਦੇ ਨਾਲ। ਸਾਊਂਡ ਕੀ ਹੈ? ਇੱਕ ਆਵਾਜ਼ ਕਿਸੇ ਵੀ ਚੀਜ਼ ਦੀ ਹੋਣੀ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਵਾਟ ਇਜ਼ ਸਾਊਂਡ। ਸਾਊਂਡ ਕੀ ਹੈ? ਸਾਊਂਡ ਇਜ਼ ਅ ਫॉर्म ऑफ एनर्जी। ਸਾਊਂਡ ਕੀ ਇੱਕ एनर्जी ਦੀ ਇੱਕ ਕੀ ਹੈ ਫॉर्म ਹੈ that produces a sensation of hearing in our ears। ਇਹ ਕੀ ਕਰਦੀ ਹੈ? ਇੱਕ ਸੈਂਸੇਸ਼ਨ ਪ੍ਰੋਡਿਊਸ ਕਰਦੀ ਹੈ ਜਿਹਦੇ ਕਾਰਨ ਕੀ ਆਪਾਂ ਸੁਣ ਸਕਦੇ ਹਾਂ, ਠੀਕ ਹੈ। ਸਾਊਂਡ ਕੀ ਇੱਕ એનર્ਜੀ ਦੀ ਫॉर्म ਆ, ਉਹ ਪ੍ਰੋਡਿਊਸ ਕਰਦੀ ਹੈ ਸੈਂਸੇਸ਼ਨ ਜਿਹਦੇ ਕਰਕੇ ਆਪਾਂ ਕੀ ਆਪਣੇ ਕੰਨਾਂ ਨਾਲ ਕੀ ਸੁਣ ਸਕਦੇ ਹਾਂ ਇਸ ਨੂੰ, ਠੀਕ ਹੈ। ਇਨ ਆਰ ਡੇਲੀ ਲਾਈਫ ਵੀ ਹੀਅਰ ਡਿਫਰੈਂਟ ਕਾਈਂਡਸ ਆਫ ਸਾਊਂਡਸ ਇਨ ਆਰ ਸਰਾਊਂਡਿੰਗ। ਦੇਖੋ ਆਪਾਂ ਡੇਲੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਡਿਫਰੈਂਟ ਕੀ ਆ ਆਵਾਜ਼ਾਂ ਸੁਣਦੇ ਆ ਆਪਣੇ ਆਲੇ ਦੁਆਲੇ, ਠੀਕ ਹੈ। ਦੇ ਮੇ ਬੀ ਟਿਕਿੰਗ ਆਫ ਅ ਕਲੌਕ ਦੀ ਟਿਕ ਸੁਣਦੇ ਆ, ਹਮਿੰਗ ਆਫ ਬੀਜ਼ ਦੀ ਕੀ ਆ ਗੁਨਗੁਨਾਹਟ ਸੁਣਦੇ ਹਾਂ, ਠੀਕ ਹੈ। ਫਿਰ ਬਾਰਕਿੰਗ ਆਫ ਅ ਡੌਗਸ है ना, flying past of an aircraft, sound of a musical instrument, movement of vehicles ਦੀ ਸੁਣਦੇ ਆ, well of a school, siren of factories, loudspeaker, blaring horns, chirping birds, etc। ਇਹ ਸਾਰੀਆਂ ਆਵਾਜ਼ਾਂ ਆਪਾਂ ਕੀ ਡੇਲੀ ਲਾਈਫ ਦੇ ਵਿੱਚ ਕੀ ਸੁਣਦੇ ਹੀ ਰਹਿੰਦੇ ਹਾਂ, ਠੀਕ ਹੈ। It is difficult to communicate with others without making any sound। ਦੇਖੋ ਆਪਾਂ ਨੂੰ ਪਤਾ ਹੈ ਕਿ ਸਾਊਂਡ ਕੀ ਇੱਕ ਆਪਣੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਪਾਰਟ ਕੀ ਕਰਦੀ ਹੈ, ਪਲੇ ਕਰਦੀ ਹੈ। ਕਿਉਂਕਿ ਦੇਖੋ ਸਾਊਂਡ ਤੋਂ ਬਿਨਾਂ ਕੀ ਆਪਾਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰ ਸਕਦੇ ਹਾਂ। ਅਗਰ ਆਪਣੀ ਆਵਾਜ਼ ਹੀ ਨਹੀਂ ਹੋਊਗੀ ਤਾਂ ਆਪਾਂ ਇੱਕ ਦੂਸਰੇ ਨਾਲ ਕਿਵੇਂ ਕਮਿਊਨੀਕੇਟ ਕਰਾਂਗੇ, ਠੀਕ ਹੈ। ਨੋਟ ਓਨਲੀ ਹਿਊਮਨ ਬੀਇੰਗਸ, ਇਕੱਲੇ ਹਿਊਮਨ ਬੀਇੰਗਸ ਨਹੀਂ ਹੈਗੇ ਵੀ ਜਿਹੜੇ ਕੀ ਹੈ ਵਿਦਆਊਟ ਸਾਊਂਡ ਤੋਂ ਕੀ ਹੈ ਕਿਸੇ ਨਾਲ ਕਮਿਊਨੀਕੇਟ ਨਹੀਂ ਕਰ ਸਕਦੇ, ਬਟ ਕੀ ਹੈ ਆਲਸੋ ਐਨੀਮਲਸ ਐਂਡ ਬਰਡਸ ਰਿਸਪੌਂਡ ਟੂ ਸਾਊਂਡ। ਐਨੀਮਲਸ ਅਤੇ ਬਰਡ ਵੀ ਕੀ ਕਰਦੇ ਆ ਸਾਊਂਡ ਨੂੰ ਕੀ ਕਰਦੇ ਆ ਰਿਸਪੌਂਡ ਕਰਦੇ ਆ, ਠੀਕ ਹੈ। ਦ ਸਾਊਂਡਸ ਪ੍ਰੋਡਿਊਸਡ ਬਾਈ ਦੀ ਡਿਫਰੈਂਟ ਸੋਰਸਿਸ ਆਰ ਡਿਫਰੈਂਟ ਐਂਡ ਕੈਨ ਬੀ ਈਜ਼ਲੀ ਡਿਸਟਿੰਗੁਇਸ਼ਡ। ਹੁਣ ਹਰ ਇੱਕ ਸੋਰਸ ਦੀ ਕੀ ਹੈ ਆਪਣੀ ਇੱਕ ਡਿਫਰੈਂਟ ਸਾਊਂਡ ਪ੍ਰੋਡਿਊਸ ਕਰਦੇ ਆ, ਠੀਕ ਹੈ, ਜਿਹਨੂੰ ਆਪਾਂ ਕੀ ਈਜ਼ੀਲੀ ਕੀ ਕਰ ਸਕਦੇ ਹਾਂ ਡਿਸਟਿੰਗੁਇਸ਼ ਕਰ ਸਕਦੇ ਹਾਂ, ਠੀਕ ਹੈ। ਈਜ਼ੀਲੀ ਕੀ ਕਰ ਸਕਦੇ ਹਾਂ ਪਹਿਚਾਨ ਸਕਦੇ ਹਾਂ, ਠੀਕ ਹੈ। ਐਂਡ ਐਟ ਹੋਮ ਵੀ ਕੈਨ ਈਜ਼ਲੀ ਡਿਸਟਿੰਗੁਇਸ਼ ਬਿਟਵੀਨ ਆਰ ਫਾਦਰਸ ਬॉयਜ਼ ਫਰੋਮ ਦੈਟ ਆਰ ਬ੍ਰਦਰਸ ਬॉयਜ਼ ਸਿਸਟਰਸ ਔਰ ਮਦਰ ਬॉय। ਹੁਣ ਆਪਾਂ ਕੀ ਘਰ ਦੇ ਵਿੱਚ ਕੀ ਆਪਾਂ ਆਪਣੇ ਪਾਪਾ ਦੀ ਵੋਇਸ ਨੂੰ, ਆਪਣੀ ਬ੍ਰਦਰ ਮਦਰ ਦੀ ਵੋਇਸ ਨੂੰ, ਸਾਰਿਆਂ ਦੀ ਆਵਾਜ਼ਾਂ ਨੂੰ ਆਪਾਂ ਕੀ ਹੈ ਡਿਸਟਿੰਗੁਇਸ਼ ਕਰ ਸਕਦੇ ਹਾਂ, ਠੀਕ ਹੈ। ਸਾਰਿਆਂ ਨੂੰ ਪਤਾ ਕਿ ਆਪਣੇ ਪਾਪਾ ਦੀ ਆਵਾਜ਼ ਕਿੱਦਾਂ ਦੀ ਹੈ, ਮੰਮਾ ਦੀ ਕਿਵੇਂ ਦੀ ਹੈ, ਬ੍ਰਦਰ ਦੀ ਕਿਵੇਂ ਦੀ ਹੈ, ਠੀਕ ਹੈ। ਸਿਮਿਲਰਲੀ ਦ ਬਾਰਕਿੰਗ ਆਫ ਅ ਡੌਗ ਕੈਨ ਈਜ਼ੀਲੀ ਬੀ ਡਿਸਟਿੰਗੁਇਸ਼ਡ ਫਰੋਮ ਦੀ ਬ੍ਰੇਇੰਗ ਆਫ ਅ ਡੋਂਕੀ। ਸਿਮਿਲਰਲੀ ਜਿਵੇਂ ਕਿ ਐਨੀਮਲਸ ਦੀ ਹੁਣ ਆਪਾਂ ਕੀ ਡੌਗਸ ਦੀ ਕੀ ਕਰ ਸਕਦੇ ਹਾਂ, ਠੀਕ ਹੈ। ਡੌਗਸ ਦੀ ਬਾਰਕਿੰਗ ਨੂੰ ਆਪਾਂ ਕੀ ਹੈ ਹੁਣ ਆਪਾਂ ਨੂੰ ਪਤਾ ਡੋਂਕੀ ਕੀ ਕਿਸ ਤਰ੍ਹਾਂ ਬ੍ਰੇਇੰਗ ਕਰਦਾ, ਠੀਕ ਹੈ। ਇਹਨਾਂ ਦੋਨਾਂ ਦੀ ਆਪਾਂ ਆਵਾਜ਼ ਨੂੰ ਕੀ ਹੈ ਈਜ਼ੀਲੀ ਡਿਸਟਿੰਗੁਇਸ਼ ਕਰ ਸਕਦੇ ਹਾਂ, ਠੀਕ ਹੈ। ਹਾਊ ਇਜ਼ ਦੀ ਸਾਊਂਡ ਪ੍ਰੋਡਿਊਸਡ। ਹੁਣ ਆਪਾਂ ਇਹ ਤਾਂ ਦੇਖ ਲਿਆ ਕਿ ਸਾਊਂਡ ਹੁੰਦੀ ਕੀ ਹੈ। ਹੁਣ ਆਪਾਂ ਦੇਖਾਂਗੇ ਕਿ ਸਾਊਂਡ ਪ੍ਰੋਡਿਊਸ ਕਿਵੇਂ ਕਰਦੇ ਹਾਂ, ਠੀਕ ਹੈ। ਵਟ ਹੈਪਨਸ ਵੈਨ ਵੀ ਪਲੱਕ ਦੀ ਸਟਰਿੰਗ ਆਫ ਅ ਗਿਟਾਰ। ਹੁਣ ਆਪਾਂ ਗਿਟਾਰ ਦੀ ਕੀ ਇੱਕ ਸਟਰਿੰਗ ਹੁੰਦੀ ਹੈ, ਤਾਰ ਹੁੰਦੀ ਹੈ। ਅਗਰ ਉਹਨੂੰ ਆਪਾਂ ਕੀ ਪਲੱਕ ਕਰ ਦਿੰਦੇ ਹਾਂ, ਅਗਰ ਉਹਨੂੰ ਆਪਾਂ ਕੀ ਖਿੱਚ ਦਿੰਦੇ ਹਾਂ ਤਾਂ ਕੀ ਹੋਊਗਾ? ਦ ਸਟਰਿੰਗ ਆਫ ਅ ਗਿਟਾਰ ਸਟਾਰਟਸ ਵਾਈਬ੍ਰੇਟਿੰਗ ਐਂਡ ਅ ਸਾਊਂਡ ਇਜ਼ ਪ੍ਰੋਡਿਊਸ। ਹੁਣ ਜਿਹੜੀ ਕਿ ਗਿਟਾਰ ਦੀ ਸਟਰਿੰਗ ਹੋਊਗੀ, ਤਾਰ ਹੋਊਗੀ, ਉਹ ਕੀ ਕਰੂਗੀ ਵਾਈਬ੍ਰੇਟ ਕਰਨਾ ਸਟਾਰਟ ਕਰੂਗੀ। ਵਾਈਬ੍ਰੇਟ ਮੀਨਸ ਇਸ ਤਰ੍ਹਾਂ ਵਾਈਬ੍ਰੇਟ ਕਰੂਗੀ ਅਤੇ ਉਹ ਕੀ ਕਰੂਗੀ ਸਾਊਂਡ ਪ੍ਰੋਡਿਊਸ ਕਰੂਗੀ। ਦਸ ਦ ਸਾਊਂਡ ਇਜ਼ ਪ੍ਰੋਡਿਊਸਡ ਓਨਲੀ ਵੈਨ ਅ ਸੋਰਸ ਆਫ ਸਾਊਂਡ ਵਾਈਬ੍ਰੇਟਸ। ਇਸ ਤੋਂ ਆਪਾਂ ਨੂੰ ਕੀ ਪਤਾ ਚੱਲਿਆ ਕਿ ਸਾਊਂਡ ਉਦੋਂ ਹੀ ਪ੍ਰੋਡਿਊਸ ਹੋਊਗੀ ਜਦੋਂ ਕੋਈ ਵੀ ਸੋਰਸ ਕੀ ਕਰੂਗਾ ਵਾਈਬ੍ਰੇਟ ਕਰੂਗਾ, ਠੀਕ ਹੈ। ਦੈਟ ਇਜ਼ ਵਾਈਬ੍ਰੇਟ ਨੂੰ ਆਪਾਂ ਕੀ ਕਹਿ ਸਕਦੇ ਹਾਂ ਔਸੀਲੇਟਸ ਵੀ ਕਹਿ ਸਕਦੇ ਹਾਂ, ਜਾਂ ਆਪਾਂ ਕਹਿ ਸਕਦੇ ਹਾਂ ਕਿ ਕਦੋਂ ਸਾਊਂਡ ਪ੍ਰੋਡਿਊਸ ਹੋਊਗੀ, ਸਾਊਂਡ ਉਦੋਂ ਹੀ ਪ੍ਰੋਡਿਊਸ ਹੋਊਗੀ ਜਦੋਂ ਕੀ ਹੈ ਕੋਈ ਵੀ ਸੋਰਸ ਹੈ ਜਿਹੜਾ ਵਾਈਬ੍ਰੇਟ ਕਰੂਗਾ ਜਾਂ ਔਸੀਲੇਟ ਕਰੂਗਾ, ਠੀਕ ਹੈ। ਦ ਟੂ and fro motion of an object about a mean or central position is called the vibration। vibration ਦੀ definition ਕੀ ਹੈ? the to and fro motion of an object about a mean or central position is called the vibration।
टू एंड फ्रो मोशन की है कि देखो जिमें कि हुण की है इत्थे की स्ट्रिंग है, हुण पहला एक की इधर जाऊगी, फिर यह की है इधर आऊगी, फिर दोबारा इधर जाऊगी, फिर दोबारा इधर वाइब्रेट कर रही है ना, इनू आपां की कहने हैं टू एंड फ्रो मोशन की पहला इधर जा रहा है, फिर इधर आऊगा, फिर इधर, ठीक है। एक इत्थे टू एंड फ्रो मोशन अबाउट दी सैंट्रल पोजीशन, हुण आ की है दी सैंटर पोजीशन है, हुण किधर कर रहा है पहला इधर करूगा फिर इधर, इसनूं आपां की कहने हैं टू एंड फ्रो अबाउट दी सेंट्रल पोजीशन इज कॉल्ड दी वाइब्रेशन, ठीक है। समटाइम्स वाइब्रेशन आर विजिबल सच एज दी रिंगिंग बैल इन टैंपल। हुण देखो ये एग्जाम्पल बहुत वधिया दित्ती है कि आपां मंदिर दे विच जदों कि बैल नूं बजाउने आ तो उहदा मोशन भी आपां बैल देखदे हैं ना कि बैल की इस तरह की हुंदी है, उहदे विच कि एक बॉब की तरह हुंदा है। अगर वो बॉब नूं आपां कि घंटी नूं खड़कावांगे तो पहला वो कि इधर मूव करूगी, फिर इधर करूगी, फिर इधर करूगी, ये की कर रही है वाइब्रेट कर रही है, ठीक है। इनू आपां की कर सकते हैं ईजिली ऑब्जर्व कर सकते हैं। वाइल एट टाइम्स वाइब्रेशन आर इनविजिबल, पर कुछ इदां दे टाइम होंगे कि जिहड़ी वाइब्रेशन वो आपां नूं दिखाई नहीं दिंदी, ठीक है। वैन बी प्ले अ तबला, हुण आपां कि तबले नूं प्ले करते हैं उदों आपां नूं वाइब्रेशन दिखाई दिंदी है, नहीं दिखाई दिंदी, वी ओनली हीयर दी साउंड, ठीक है। बट डू नॉट सी एनी वाइब्रेशन, बट डू नॉट सी एनी वाइब्रेशन, हुण आपां कि उत्थे वाइब्रेशन नहीं देख सकते। हुण अपना मोबाइल है, हुण मोबाइल नूं आपां कि वाइब्रेशन मोशन ते ला दिंदे हैं, ठीक है। हुण अपना मोबाइल की वाइब्रेट करता है, ठीक है, बट आप उहदी वाइब्रेशन नूं की देख सकते हैं, नहीं देख सकते, ठीक है। देयर आर मैनी केसिस इन विच देयर एम्पलीट्यूड इज़ सो समॉल दैट वी कैनॉट सी दैम। हुण कि बहुत सारे केसिस होंगे जिहदे विच उहदा कि एम्पलीट्यूड बहुत ज़्यादा समॉल हुंदा, इस करके उसनूं आपां की है वाइब्रेशन नूं नहीं देख सकते, उन्होंने आपां सिर्फ आपां की फील कर सकते, वी कैन जस्ट फील दैम, ठीक है। वैन वी टच अ वाइब्रेटिंग ऑब्जैक्ट इट्स वाइब्रेशन स्टॉप्स एंड डज सो डज दी साउंड। हुण जदों भी आपां की कोई वाइब्रेट करता होवे ऑब्जैक्ट, अगर उन्होंने आपां टच कर दिंदे तो उहदी वाइब्रेशन अगर स्टॉप हो जाती है तो साउंड भी की हो जूगी, उहदी आवाज़ आनी भी की हो जूगी, बंद हो जूगी, ठीक है। प्रोड्यूस साउंड बाय स्ट्राइकिंग अ फ्राइंग पैन विद द स्पून। हुण देखो जिवें हुण आपां की एक फ्राइंग पैन है, ठीक है, फ्राइंग पैन नूं आपां की कर रहे हैं स्ट्राइक कर रहे हैं, ठीक है, ठीक है, उहदे नाल आपां की कर रहे हैं स्ट्राइक कर रहे हैं स्पून दे नाल, तो देखो कि वाइब्रेट करना मूव करूगा। हुण पहले इधर जाऊगा, फिर इधर, फिर इधर, फिर इधर, ठीक है। डज योर पाम फील द वाइब्रेशन, हुण अपना की पाम है जिहड़ा वो वाइब्रेशन फील कर रहा है। यू कैन फील द वाइब्रेशन इफ यू होल्ड द पाम अगेंस्ट द स्पीकर ऑफ अ ट्रांजिस्टर। हुण देखो कोई स्पीकर होगा, अगर उहदे आपां अपोजिट ते अपनी पाम रखांगे तो उत्थे आपां नूं की है वाइब्रेशन की होगी, फील होगी, ठीक है। हाँ जी, नैक्सट हैगा एम्पलीट्यूड टाइम पीरियड फ्रीकुएंसी ऑफ अ वाइब्रेशन। देखो ਇਹਦੇ ਵਿੱਚ ਕੀ ਹੈਗਾ, हैव यू एवर ड्रॉप्ड अ पैबल इन अ पॉन्ड एंड अ पूल ऑफ अ वाटर। देखो ਆਪਾਂ ਕੀ ਕਰਦੇ ਹਾਂ, ਪਾਣੀ ਦੇ ਵਿੱਚ ਕੀ ਹੈ ਕੋਈ ਪੱਥਰ ਮਾਰ ਕੇ ਦੇਖਣਾ, ਠੀਕ ਹੈ। ਪਾਣੀ ਦੇ ਵਿੱਚ ਅਗਰ ਆਪਾਂ ਪੱਥਰ ਨੂੰ ਸੁੱਟਦੇ ਹਾਂ ਤਾਂ ਆਪਾਂ ਉੱਥੇ ਕੀ ਹੈ ਇਸ ਤਰ੍ਹਾਂ ਦਾ ਪਾਣੀ ਦੇ ਆਲੇ ਦੁਆਲੇ, ਜਿਵੇਂ ਆਪਾਂ ਇੱਥੇ ਪੱਥਰ ਸੁੱਟਿਆ ਤੇ ਪਾਣੀ ਦੇ ਆਲੇ ਦੁਆਲੇ ਆਪਾਂ ਕੀ ਹੈ ਇਸ ਤਰ੍ਹਾਂ ਦਾ ਕੁਛ ਦੇਖਦੇ ਹਾਂ, ਠੀਕ ਹੈ। when we drop a pebble in a water reservoirs, the dropped pebble creates a ripples in the water। तो इस तरह दी की धारावां जियां बन जांदियां जिन्हां नूं आपां कहने रिपल्स ऑफ दी वाटर, ठीक है। द वाटरी रिपल्स ऑन अ पॉन्ड सरफेस वुड हैल्प अस अंडरस्टैंड द करैक्टरिस्टिक्स ऑफ द साउंड। हुण ये जिहड़ियां वाटरी रिपल्स ने ये तो आपां नूं की है साउंड के करैक्टरिस्टिक्स नूं आपां ईजिली अंडरस्टैंड कर सकते हैं, ठीक है। साउंड इज़ अ फॉर्म ऑफ एनर्जी, आपां पिछे भी पढ़िया कि साउंड की एक एनर्जी की फॉर्म है, ठीक है। दैट ट्रैवल्स इन अप एंड डाउन कर्व्ड पैटर्न कॉल्ड द वेव्स। हुण इत्थे की होगी साउंड की है एक की एनर्जी की फॉर्म है, एक ही करदा पहला कि अप जाती है, फिर डाउन, फिर अप, फिर डाउन, फिर अप, फिर डाउन, इस तरह की की है कि पैटर्न बनता है, ठीक है, कर्व्ड पैटर्न बनता जिन्होंने आप कहने वेव्स, ठीक है। द वेव इज़ ट्रैवलिंग चेंज और डिस्टर्बेंस दैट पासिस एनर्जी फ्रॉम वन प्लेस टू अनदर। हुण ये वेव्स की करदियां जदों ट्रैवल करदियां ने जां डिस्टर्ब कर जां इन्हां नूं की करदियां जदों भी ये ट्रैवल करदियां ते एक एनर्जी की फॉर्म नूं की दूसरी एनर्जी नूं की करदियां पास करदियां, ठीक है।
A wave is traveling change or disturbance that passes energy from one place to another। ਇਹ ਕੀ ਕਰਦੀਆਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਕੀ ਹੈ એનર્ਜੀ ਨੂੰ ਕੀ ਕਰਦੀਆਂ ਨੇ ਪਾਸ ਕਰਦੀਆਂ ਨੇ ਠੀਕ ਹੈ। ਸਾਊਂਡ ट्रैवल्स बाय द मूवमेंट ऑफ द पार्टिकल्स। हुण जिहड़ी साउंड है वो की करती है जिहड़े पार्टिकल्स ऑफ मैटर्स ने जिवें एटम हो गया मॉलीक्यूल हो गया उन्हां नूं की करदियां उन्हां दे नाल जाके स्ट्राइक करदियां ने। इस तरह की है वाइब्रेशनस की है एक जगह तो दूसरी जगह ते की करदियां ने चेंज हुंदियां ने पास हो जांदियां ने ठीक है। फिर की साउंड प्रोड्यूस हुंदी। वी नो दैट टू एंड फ्रो मूवमेंट ऑफ ऑब्जेक्ट इज़ नोन एज दी वाइब्रेशन। आप पिछे पढ़िया कि टू एंड फ्रो मोशन आप कहने वाइब्रेशन कहने द मोशन इट अंडरगोज इज़ कॉल्ड दी ऑसीलेटरी मोशन। तो ये जड़ा मोशन होगा उन्होंने आप कहने ऑसीलेटरी मोशन भी कहने ठीक है। टू एक्सप्लेन द टर्म एम्पलीट्यूड टाइम पीरियड फ्रीक्वेंसी लेट अस कंसिडर एन एग्जाम्पल ऑफ ऑसीलेशन ऑफ अ सिंपल पेंडुलम। हुण ये तीनों चीज़ां एम्पलीट्यूड टाइम पीरियड ते फ्रीक्वेंसी नूं आपां की समझण दे लई एक आपां की एग्जाम्पल लैंदे आ ऑसीलेशन ऑफ अ सिंपल पेंडुलम। देखो आपां की क्लॉक देखते हैं अपने घर दे विच कि एक क्लॉक हुंदा ठीक है। क्लॉक दे की है नीचे की एक की पेंडुलम लगे हुंदे इस तरह का ठीक है। पेंडुलम की है जदों भी 12 बजते हैं ठीक है जदों भी टाइम कंप्लीट हुंदा ठीक है तो एक जदों भी फुल टाइम हो जाता है उदों की करता है पेंडुलम की करता है वाइब्रेट करता है तो की साउंड प्रोड्यूस करता है ठीक है। उहदी एग्जाम्पल लैने आपां। In a simple pendulum, when we pull the bob sideways and release it, it starts oscillating and then it comes to rest after some time ठीक है। उस तरह देखिए एक आपां पेंडुलम लवांगे तो मैं जस्ट तुहानूं एग्जाम्पल दी है जिहड़ी तुसीं डेली लाइफ दे विच देखदे हो ठीक है क्लॉक। उस तरह का एक आपां पेंडुलम लवांगे। पेंडुलम दी की एक बॉब नूं आपां की करांगे एक साइड ते ले जाके की है छड्ड देवांगे। छड्ड के की है वो जिहड़ी की करूगी मूव करना की करती है स्टार्ट कर देंदी है ठीक है। फर्स्ट की है वो इधर जाऊगी दैन इधर जाऊगी आफ्टर सम टाइम की अपने आप ही की है रेस्ट पोजीशन ते आ जाऊगी ठीक है। द पोजीशन वेयर द बॉब कम्स टू रेस्ट हुण वो पोजीशन जिथे हो की है बॉब की है रेस्ट ते आ जाऊगी उन्होंने आप की कहने हैं मीन पोजीशन ठीक है। इन द फिगर द मीन पोजीशन ऑफ द बॉब इज़ शोन बाय द लैटर ओ। हुण फिगर दे विच की है मीन पोजीशन नूं आपां किहदे नाल रिप्रजेंट कीता ओ दे नाल ठीक है। ओ ए एंड ओ बी आर दी मैक्सिमम डिसप्लेसमेंट। हुण ओ ए ते ओ बी की है कि मैक्सिमम डिसप्लेसमेंट है। हुण इत्थों बॉब नूं आपां की एक जगह ते ले जाके मैक्सिमम डिसप्लेसमेंट ते ले जाके जदों आपां उहनूं छड्डदे हां ठीक है उन्ना ही हो गया इधर ट्रैवल करती है तो इन्हां दोनों नूं आपां की कहांगे मैक्सिमम डिसप्लेसमेंट कहांगे फ्रॉम इट्स मीन पोजीशन। The maximum displacement of OB is the amplitude of the pendulum। हुण इस maximum displacement नूं आपां की कहांगे amplitude of the pendulum कहांगे ठीक है। Thus the maximum displacement of a vibrating body from its mean position is called the amplitude of the body। इसलिए इसकी डेफिनेशन की हुई मैक्सिमम डिसप्लेसमेंट जिहड़ी भी वाइब्रेट करूगी बॉडी। इत्थे आपां बॉब दी एग्जाम्पल ली सी इत्थे कोई भी वाइब्रेटिंग सोर्स होगा जिहड़ा उहदी मैक्सिमम डिसप्लेसमेंट कित्थों मैक्सिमम डिसप्लेसमेंट फ्रॉम इट्स मीन पोजीशन तो जिहड़ी मैक्सिमम डिसप्लेसमेंट होगी उन्होंने आप की कहांगे एम्पलीट्यूड ऑफ दी बॉडी ठीक है। नैक्सट है टाइम पीरियड। टाइम पीरियड दे विच की हैगा द टाइम टेकन बाय अ वाइब्रेटिंग बॉडी टू कंप्लीट वन ऑसीलेशन इज कॉल्ड इट्स टाइम पीरियड। हुण एक ऑसीलेशन नूं की कंप्लीट करन दे लई जिहड़ा टाइम टेकन जिहड़ा टाइम लैंदा वाइब्रेटिंग बॉडी जिन्ना की है वन ऑसीलेशन की है कि पहला की इस मीन पोजीशन ते सीगा इत्थों की है इस ओ ए ते जान तो फिर उतो ए बी तो जान तो फिर बी टू ए जान तो ए की एक ऑसीलेशन कंप्लीट हो जाऊगा ठीक है। इस एक ऑसीलेशन कंप्लीट दे लई कितना टाइम लिया किने वाइब्रेटिंग बॉडी ने उसनों आपां की कहांगे टाइम पीरियड ठीक है। वैन द बॉब मूव्स फ्रॉम ओ टू ए फिर ए टू बी टू ओ ठीक है। इट इज़ सेड टू हैव अ कंप्लीट वन ऑसीलेशन इनू आप कहेंगे एक ऑसीलेशन की कंप्लीट हो जाता है।
द टाइम पीरियड इज़ मेजर्ड इन दी सैकेंड। हम टाइम पीरियड में आप सैकेंड्स के विच की करांगे मेजर करांगे, ठीक है। नैक्सट है फ्रीकुएंसी। फ्रीकुएंसी की है द नंबर ऑफ ऑसिलेशन एग्जीक्यूटेड बाय अ ऑसिलेटिंग बॉडी इन 1 सेकेंड इज कॉल्ड दी फ्रीकुएंसी। हुण जिन्ने भी नंबर ऑफ ऑसिलेशनस, ठीक है, एक सैकेंड्स दे विच किन्ने नंबर ऑफ ऑसिलेशन की है एग्जीक्यूट करते हैं जब पास होंगे, किन्ने नंबर ऑफ ऑसिलेशनस की है एक 1 सेकेंड दे विच पास होंगे, उन्होंने आप की कहेंगे फ्रीकुएंसी ऑफ द ऑसिलेशन। इट इज़ मेजर्ड इन दी हर्ट्स। हुण टाइम आप सैकेंड दे विच मेजर किया, इनू आप हर्ट्स दे विच मेजर करांगे, ठीक है, जिन्हों आप किहदे नाल HZ दे नाल रिप्रजेंट करांगे, ठीक है। यूनिट हुंदी है फ्रीकुएंसी दी ये। इफ एन ऑब्जैक्ट मेक्स 50 ऑसिलेशन इन 1 सेकेंड, हुण देखो 1 सेकेंड दे विच अगर वो 50 ऑसिलेशनस कंप्लीट करता है तो उसकी फ्रीकुएंसी कितनी होगी, 50 हर्ट्स होगी, ठीक है। नैक्सट है म्यूजिकल इंस्ट्रूमेंट। म्यूजिकल इंस्ट्रूमेंट दे विच की है, म्यूजिकल इंस्ट्रूमेंट इज़ अ डिवाइस क्रिएटेड एंड अडेप्टेड टू मेक दी म्यूजिकल साउंड्स। ਹੁਣ ਇਹਦੇ ਵਿੱਚ ਕੀ ਹੈ म्यूजिकल इंस्ट्रूमेंट ਦਾ ਕੀ ਹੈ ਇੱਕ डिवाइस है ਜਿਹੜਾ ਕੀ ਕਰਦਾ ਹੈ ਸਾਊਂਡ ਨੂੰ ਕੀ ਕਰਦਾ ਹੈ प्रोड्यूस करता है, क्रिएट करता है, ठीक है। इन प्रिंसिपल एनी ऑब्जेक्ट दैट प्रोड्यूसेस अ साउंड कैन बी म्यूजिकल इंस्ट्रूमेंट। जे आप सिंपली देखिए कि कोई भी ऑब्जेक्ट जिहड़ा कि साउंड ਨੂੰ प्रोड्यूस करता उन्होंने आप की है म्यूजिकल इंस्ट्रूमेंट हो सकता है, ठीक है। हिस्ट्री ऑफ म्यूजिकल इंस्ट्रूमेंट डेट्स टू द बिगनिंग ऑफ द ह्यूमन कल्चर। देखो जे आप हिस्ट्री ऑफ म्यूजिकल इंस्ट्रूमेंट देखिए तो कि एक ह्यूमन कल्चर की एक बिगनिंग सी उत्थों, ठीक है। फिर अर्ली म्यूजिकल इंस्ट्रूमेंट सच एज ट्रंपेट के इस तरह का होंगे, ठीक है। मे हैव बीन यूज टू सिग्नल सक्सैस ऑफ द हंट और ड्रम इन अ रिलीजियस सैरेमनी। ਹੁਣ ਆਪਣੇ ਕੀ ਜਿਹੜੇ ਪੁਰਾਣੇ ਰਿਲੀਜੀਅਸ ਸੈਰੇਮਨੀ ਸੀਗੇ ਉਹਦੇ ਵਿੱਚ ਜਦੋਂ ਵੀ ਆਪਾਂ ਆਪਣੀ ਕੀ ਸਕਸੈਸ ਨੂੰ ਕੀ ਆਪਾਂ ਕੀ ਸੈਲੀਬ੍ਰੇਟ ਕਰਨਾ ਸੀ ਤਾਂ ਉੱਥੇ ਕੀ ਆਪਾਂ ਡਰਮ ਦਾ ਯੂਜ਼ ਕਰਦੇ ਸੀ, ਠੀਕ ਹੈ। ਮਿਊਜ਼ੀਕਲ ਇੰਸਟਰੂਮੈਂਟ ਕੈਨ ਬੀ ਕਲਾਸੀਫਾਈਡ ਬਾਈ देयर ਇਫੈਕਟਿਵ ਰੇਂਜ, देयर ਮਟੀਰੀਅਲ ਕੰਪੋਜੀਸ਼ਨ, ਸਾਈਜ਼। ਹੁਣ ਮਿਊਜ਼ੀਕਲ ਇੰਸਟਰੂਮੈਂਟ ਨੂੰ ਆਪਾਂ ਕਿਵੇਂ ਕਲਾਸੀਫਾਈ ਕਰਦੇ ਹਾਂ, किमें क्लासीफाई करांगे, जां तां उहदे की है एक इफैक्टिव रेंज, किन्नी रेंज है उसकी साउंड की, ठीक है, जां उहदे की मटीरियल कंपोजिशन के की मटीरियल का बनया होया, ठीक है, या आपां की उहदे साइज़ दे नाल उन्हां नूं की क्लासीफाई कर सकते हैं, ठीक है, डिवाइड कर सकते हैं। मेनली द म्यूजिकल इंस्ट्रूमेंट कैन बी डिवाइडेड इनटू 3 ग्रुप्स। उनके 3 ग्रुप्स दे विच डिवाइड किया जाता है इनू, स्ट्रिंगड इंस्ट्रूमेंट, परकशन इंस्ट्रूमेंट्स एंड द विंड इंस्ट्रूमेंट। 3 इंस्ट्रूमेंट के डिवाइड करांगे। देखो म्यूजिकल इंस्ट्रूमेंट दैट प्रोड्यूस द साउंड बाय द वाइब्रेटिंग स्ट्रिंग, वो म्यूजिकल इंस्ट्रूमेंट जिहड़ा की है वाइब्रेशन स्ट्रिंग्स नूं की है वाइब्रेट करन ते प्रोड्यूस करदे उहनूं आपां की कहने हैं स्ट्रिंगड इंस्ट्रूमेंट, लाइक गिटार, सितार, सारंगी आर द एग्जाम्पल ऑफ द स्ट्रिंगड इंस्ट्रूमेंट, ठीक है। नैक्सट है म्यूजिकल इंस्ट्रूमेंट दैट प्रोड्यूस्ड बाय बीटिंग द स्किन हेड आर कॉल्ड द परकशन इंस्ट्रूमेंट। हुण जिहड़ा की है जिहड़ी साउंड की आपां किसी भी स्किन हैड नूं, ठीक है, किसी भी सरफेस नूं की है बीट करके जिहड़ी साउंड प्रोड्यूस करदे हैं उहनूं आपां की कहने हैं परकशन इंस्ट्रूमेंट, ठीक है। जिवें ड्रम हो गया, तबला हो गया, ढोलक आर द एग्जाम्पल ऑफ दिस इंस्ट्रूमेंट। म्यूजिकल इंस्ट्रूमेंट इन विच द साउंड इज़ प्रोड्यूस्ड बाय वाइब्रेटिंग कॉलम ऑफ एयर, जां आपां की करते हैं जिहड़ी की साउंड प्रोड्यूस करते हैं कि एयर दे की है वाइब्रेट करन ते, ठीक है। उन्होंने आपां की कहांगे विंड इंस्ट्रूमेंट, जिवें कि फ्लूट, इस तरह दी कि फ्लूट्स हो गई, ठीक है, बिगुल आर दी कॉमन एग्जाम्पल ऑफ द विंड इंस्ट्रूमेंट्स, ठीक है। Many of us might seen the manjra, ghatam, nut and the kartal. The instruments are commonly used in different parts of our country. Musical instruments are simply beaten or struck. Mainly आपां की तबला, ड्रम वगैरह ही आपां देखे हुए हैं, ठीक है। नैक्सट है करैक्टरिस्टिक्स ऑफ द साउंड, ठीक है। साउंड दी किहड़ियां करैक्टरिस्टिक्स ने, लाउडनेस ते की है पिच की दी करैक्टरिस्टिक्स ने, ठीक है। एम्पलीट्यूड ऑफ अ साउंड डिटरमाइंड इट्स लाउडनेस। हुण जे आपां की उहदा एम्पलीट्यूड देखना, एम्पलीट्यूड मीनस उहदा की है मैक्सिमम डिसप्लेसमेंट देखनी है, तो वो आपां कित्थों डिटरमाइन करांगे, डिटरमाइन बाय इट्स लाउडनेस। लाउडनेस द्वारा देखिए आपां
ਐਂਪਲੀਟਿਊਡ ਚੈੱਕ ਕਰ ਸਕਦੇ ਹਾਂ, ਠੀਕ ਹੈ। ਵਿਦ ਦ ਇਨਕਰੀਜ਼ ਇਨ ਦ ਐਂਪਲੀਟਿਊਡ, ਜਿਵੇਂ ਉਹਦਾ ਐਂਪਲੀਟਿਊਡ ਇਨਕਰੀਜ਼ ਹੋਊਗਾ ਦ ਲਾਊਡਨੈਸ ਆਫ ਦ ਸਾਊਂਡ ਆਲਸੋ ਇਨਕਰੀਜ਼ਸ। ਅਗਰ ਉਹਦਾ ਕੀ ਹੈ ਐਂਪਲੀਟਿਊਡ ਇਨਕਰੀਜ਼ ਹੋ ਰਿਹਾ ਤਾਂ ਉਹਦੀ ਲਾਊਡਨੈਸ ਵੀ ਸਾਊਂਡ ਦੀ ਕੀ ਹੋਊਗੀ, ਇਨਕਰੀਜ਼ ਹੋਊਗੀ, ਠੀਕ ਹੈ। ਇਫ ਵੀ ਲੈਟ ਅ ਟਿਊਨਿੰਗ ਫੋਕ hit the pad with the force of bearing magnitude, the amplitude of the vibration produced in the ball is different, ठीक है। ਹੁਣ ਜਿਵੇਂ ਆਪਾਂ ਕੀ ਕਹਿੰਦੇ ਆ, ਇਹ ਕੀ ਕਹਿੰਦੇ ਆ, ਟਿਊਨਿੰਗ ਫੋਕ ਆ, ਠੀਕ ਹੈ। ਉਹਨੂੰ ਆਪਾਂ ਕਿਸੇ ਪੈਡ ਦੇ ਉੱਪਰ ਕੀ ਹਿੱਟ ਕਰਦੇ ਹਾਂ, ਠੀਕ ਹੈ। ਡਿਫਰੈਂਟ ਮੈਗਨੀਟਿਊਡ ਮੀਨਸ ਉਹਦੀ ਕੀ ਹੈ ਫੋਰਸ ਦੀ ਆਪਾਂ ਕੀ ਵੈਲਿਊ ਚੇਂਜ ਕਰਦੇ ਹਾਂ। ਪਹਿਲਾਂ ਆਪਾਂ ਉਹਨੂੰ ਕੀ ਜ਼ਿਆਦਾ ਫੋਰਸ ਦੇ ਨਾਲ ਹਿੱਟ ਕੀਤਾ, ਫਿਰ ਥੋੜ੍ਹਾ ਘੱਟ ਫੋਰਸ ਦੇ ਨਾਲ ਹਿੱਟ ਕਰਾਂਗੇ, ਠੀਕ ਹੈ। ਇਸ ਤਰ੍ਹਾਂ ਹਿੱਟ ਕਰਾਂਗੇ ਤਾਂ ਉਹਦਾ ਐਂਪਲੀਟਿਊਡ ਵੀ ਕੀ ਹੋਊਗਾ, ਵਾਈਬ੍ਰੇਸ਼ਨ ਦਾ ਉਹ ਵੀ ਕੀ ਹੋ ਜਾਊਗਾ, ਚੇਂਜ ਹੋਊਗਾ, ਜਿਸ ਦੇ ਨਾਲ ਕਿ ਉਹਦੀ ਸਾਊਂਡ ਵੀ ਕੀ ਹੋਊਗੀ, ਚੇਂਜ ਹੋ ਜਾਊਗੀ, ਠੀਕ ਹੈ। ਦ pitch or shrillness is the characteristics of the sound that is determined by its frequency। ਹੁਣ ਪਿਚ ਨੂੰ ਆਪਾਂ ਕਿਵੇਂ ਡਿਟਰਮਾਈਨ, ਦੇਖੋ ਲਾਊਡਨੈਸ ਨੂੰ ਆਪਾਂ ਡਿਟਰਮਾਈਨ ਕਰਾਂਗੇ ਐਂਪਲੀਟਿਊਡ ਦੇ ਨਾਲ, ਪਿਚ ਨੂੰ ਕਿਵੇਂ ਡਿਟਰਮਾਈਨ ਕਰ ਸਕਦੇ ਹਾਂ, ਬਾਈ ਡਿਟਰਮਾਈਨਿੰਗ ਇਟਸ ਫ੍ਰੀਕੁਐਂਸੀ ਦੁਆਰਾ ਇਹਨੂੰ ਆਪਾਂ ਕਿ ਪਿਚ ਨੂੰ ਕੀ ਕਰ ਸਕਦੇ ਹਾਂ, ਡਿਟਰਮਾਈਨ ਕਰ ਸਕਦੇ ਹਾਂ, ਠੀਕ ਹੈ। ਸਾਊਂਡ ਪ੍ਰੋਡਿਊਸਡ ਬਾਈ ਅ ਵਿਸਲ ਹੈਜ਼ ਅ ਹਾਇਰ ਪਿਚ। ਹੁਣ ਕੀ ਵਿਸਲ ਦੇ ਦੁਆਰਾ ਜਿਹੜੀ ਸਾਊਂਡ ਪ੍ਰੋਡਿਊਸ ਕੀਤੀ ਜਾਂਦੀ ਹੈ ਅਗਰ ਉਹ ਹਾਈ ਪਿਚ ਦੀ ਹੈ, ਠੀਕ ਹੈ, ਦੈਨ ਦੀ ਸਾਊਂਡ ਪ੍ਰੋਡਿਊਸ ਬਾਈ ਦੀ ਡਰਮ ਔਨ ਹੀਟਿੰਗ ਇਟਸ ਮੈਮਬ੍ਰੇਨ, ਠੀਕ ਹੈ। ਡਰਮ ਦੇ ਨਾਲੋਂ ਕੀ ਹੈ ਜਿਹੜੀ ਵਿਸਲ ਦੀ ਪਿਚ ਹੋਊਗੀ ਉਹ ਕੀ ਹੋਊਗੀ, ਹਾਇਰ ਹੋਊਗੀ, ਠੀਕ ਹੈ। ਨੈਕਸਟ ਇਹਨਾਂ ਨੇ ਦਿੱਤਾ ਹੋਇਆ ਵੂਮੈਨਸ voice usually has a higher pitch with higher frequency than that of a man। ਹੁਣ ਜਿਹੜੀ ਕਿ women ਦੀ voice ਹੋਊਗੀ ਉਹ ਵੀ ਕੀ ਹੋਊਗੀ, ਹਾਈ ਪਿਚ ਦੀ ਹੁੰਦੀ ਹੈ ਅਗਰ ਆਪਾਂ ਕੰਪੇਅਰ ਕਰੀਏ ਬਾਈ ਦੀ voice of the men, ਠੀਕ ਹੈ। this is the reason why the voice of the women is shrill। ਆਪਾਂ ਇਸ ਲਈ ਕਹਿੰਦੇ ਹਾਂ ਕਿ ਜਿਹੜੀ ਵੂਮਨ ਦੀ ਵੋਇਸ ਹੁੰਦੀ ਹੈ ਉਹ ਕੀ ਪਤਲੀ ਹੁੰਦੀ ਹੈ ਐਜ਼ ਕੰਪੇਅਰ ਟੂ ਦੀ ਮੈਨ ਦੀ ਜਿਹੜੀ ਵੋਇਸ ਹੁੰਦੀ ਉਹ ਆਪਾਂ ਕਹਿੰਦੇ ਹੁੰਦੇ ਨੇ ਕਿ ਭਾਰੀ ਹੈ, ਆਦਮੀਆਂ ਦੀ ਆਵਾਜ਼ ਭਾਰੀ ਹੁੰਦੀ ਹੈ ਅਤੇ ਔਰਤਾਂ ਦੀ ਕੀ ਹੈ ਤਿੱਖੀ ਆਵਾਜ਼ ਹੁੰਦੀ ਹੈ, ਠੀਕ ਹੈ। ਹਾਈ ਪਿਚ ਵੋਇਸ ਇਜ਼ ਸ਼੍ਰਿਲ। ਨੈਕਸਟ ਕੀ ਆ, ਇਹ ਤਾਂ ਆਪਣੀ ਹੋ ਗਈ ਕਰੈਕਟਰਿਸਟਿਕਸ ਲਾਊਡਨੈਸ ਅਤੇ ਪਿਚ। ਨੈਕਸਟ ਕੀ ਹੈ ਕੁਆਲਿਟੀ ਕਿਵੇਂ ਚੈੱਕ ਕਰਾਂਗੇ ਆਪਾਂ ਸਾਊਂਡ ਦੀ, ਠੀਕ ਹੈ। ਸਾਊਂਡ ਇਜ਼ ਅ ਕਰੈਕਟਰਿਸਟਿਕਸ ਕੁਆਲਿਟੀ ਇਜ਼ ਅ ਕਰੈਕਟਰਿਸਟਿਕ ਆਫ ਸਾਊਂਡ ਦੈਟ ਹੈਲਪਸ ਡਿਫਰੈਂਸ਼ੀਏਟ ਐਨੀ ਟੂ ਸਾਊਂਡਸ ਆਫ ਸੇਮ ਫ੍ਰੀਕੁਐਂਸੀ ਐਂਡ ਐਂਪਲੀਟਿਊਡ ਦੈਟ ਇਜ਼ ਪਿਚ ਐਂਡ ਦੀ ਲਾਊਡਨੈਸ। ਹੁਣ ਦੇਖੋ ਅਗਰ ਕੀ ਕੋਈ ਵੀ ਸਾਊਂਡ ਦੀ ਕੀ ਫ੍ਰੀਕੁਐਂਸੀ ਅਤੇ ਐਂਪਲੀਟਿਊਡ ਅਗਰ ਸੇਮ ਹੈ ਤਾਂ ਉਸ ਨੂੰ ਆਪਾਂ ਕਿਸ ਤਰ੍ਹਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ, ਉਹਦੀ ਆਪਾਂ ਕੀ ਕੁਆਲਿਟੀ ਚੈੱਕ ਕਰਾਂਗੇ, ਠੀਕ ਹੈ। ਕੁਆਲਿਟੀ ਦੁਆਰਾ ਉਹਨੂੰ ਆਪਾਂ ਕੀ ਡਿਫਰੈਂਸ਼ੀਏਟ ਕਰ ਸਕਦੇ ਹਾਂ, ਠੀਕ ਹੈ। These sounds can be produced by adjusting a sitar and guitar and playing them simultaneously। ਹੁਣ ਆਪਾਂ ਕੀ ਸਾਊਂਡਸ ਨੂੰ ਡਿਸਟਿੰਗੁਇਸ਼ ਕਰਨ ਦੇ ਲਈ ਆਪਾਂ ਕੀ ਕਰਾਂਗੇ, ਸਿਤਾਰ ਅਤੇ ਗਿਟਾਰ ਨੂੰ ਸੇਮ ਟਾਈਮ ਦੇ ਉੱਪਰ ਆਪਾਂ ਕੀ ਪਲੇ ਕਰਾਂਗੇ ਕਿ ਇਟ ਇਜ਼ ਦੀ ਕੁਆਲਿਟੀ ਆਫ ਦੀ ਸਾਊਂਡ ਦੈਟ ਹੈਲਪਸ ਅ ਲਿਸਨਰ ਡਿਫਰੈਂਸ਼ੀਏਟ ਦੀ ਸੋਰਸ ਆਫ ਦੀ ਸਾਊਂਡ। ਹੁਣ ਇਸ ਤਰੀਕੇ ਨਾਲ ਉਹ ਕੀ ਹੈ ਜਿਹੜੀ ਵੀ ਲਿਸਨ ਜਦੋਂ ਇਹਨੂੰ ਸੁਣੂਗਾ ਤਾਂ ਉਹਨੂੰ ਕੀ ਡਿਫਰੈਂਸ਼ੀਏਟ ਕਰ ਸਕਦਾ ਬਾਏ ਇਟਸ ਕੁਆਲਿਟੀ। ਮਿਊਜ਼ੀਕਲ ਇੰਸਟਰੂਮੈਂਟ ਹੈਵ ਵਾਇਰਸ ਆਫ ਵੇਰਿੰਗ ਥਿਕਨੈਸ। ਮਿਊਜ਼ੀਕਲ ਇੰਸਟਰੂਮੈਂਟ ਦੀ ਕੀ ਆ ਜਿਹੜੀ ਵਾਇਰਸ ਹੋਣਗੀਆਂ ਉਹਨਾਂ ਦੀ ਥਿਕਨੈਸ ਦੇ ਵਿੱਚ ਕੀ ਹੋਊਗੀ, ਵੇਰੀਏਸ਼ਨ ਹੋਊਗੀ, ਠੀਕ ਹੈ। A musician loosens or tightens the strings using knobs, ठीक है, before playing an instrument to adjust the strings to produce a sound of the required quality or a pitch। देखो म्यूजिशियन ਜਿਹੜਾ ਹੁੰਦਾ ਉਹ ਕੀ ਕਰਦਾ, ਜਿਹੜੀਆਂ ਸਟਰਿੰਗਸ ਹੁੰਦੀਆਂ ਤਾਰਾਂ ਹੁੰਦੀਆਂ ਜਾਂ ਤਾਂ ਉਹਨਾਂ ਨੂੰ ਕੀ ਟਾਈਟ ਕਰ ਦਿੰਦਾ ਅਗਰ ਉਹਨੂੰ ਹਾਈ ਕੁਆਲਿਟੀ ਦੀ ਸਾਊਂਡ ਚਾਹੀਦੀ ਹੈ, ਨਹੀਂ ਤਾਂ ਜਿਸ ਤਰ੍ਹਾਂ ਦੀ ਵੀ ਉਹਨੂੰ ਕੁਆਲਿਟੀ ਚਾਹੀਦੀ ਹੈ ਸਾਊਂਡਸ ਦੀ ਉਸ ਤਰ੍ਹਾਂ ਉਹ ਕੀ ਮਿਊਜ਼ੀਕਲ ਇੰਸਟਰੂਮੈਂਟ ਨੂੰ ਕੀ ਕਰ ਸਕਦਾ ਹੈ, ਐਡਜਸਟ ਕਰ ਸਕਦਾ ਹੈ, ਠੀਕ ਹੈ। ਨੈਕਸਟ ਹੈਗਾ ਸਾਊਂਡ ਪ੍ਰੋਡਿਊਸਡ ਬਾਈ ਦੀ ਹਿਊਮਨਸ। ਹੁਣ ਹਿਊਮਨਸ ਦੁਆਰਾ ਸਾਊਂਡ ਕਿਵੇਂ ਪ੍ਰੋਡਿਊਸ ਕੀਤੀ ਜਾਂਦੀ ਹੈ, ਪਹਿਲਾਂ ਆਪਾਂ ਕੀ ਦੇਖਿਆ ਕਿ ਸਾਊਂਡ ਦੀ ਡੈਫੀਨੇਸ਼ਨ ਪੜ੍ਹੀ ਸੀ, ਫਿਰ ਆਪਾਂ ਦੇਖਿਆ ਸਾਊਂਡ ਕਿਸ ਤਰ੍ਹਾਂ ਪ੍ਰੋਡਿਊਸ ਕਰਦੀ ਹੈ, ਕਿਸ ਤਰ੍ਹਾਂ ਏਅਰ ਦੇ ਵਿੱਚ ਵਾਈਬ੍ਰੇਟ ਕਰਦੀ ਹੈ, ਠੀਕ ਹੈ, ਅਤੇ ਕਿਸ ਤਰ੍ਹਾਂ ਕਿ ਇੱਕ ਪਲੇਸ ਤੋਂ ਕਿ ਦੂਸਰੀ ਪਲੇਸ ਦੇ ਵਿੱਚ ਐਨਰਜੀ ਟਰਾਂਸਫਰ ਹੁੰਦੀ ਹੈ, ਠੀਕ ਹੈ, ਬਾਈ ਵੇਵਸ ਦੁਆਰਾ ਕੀ ਐਨਰਜੀ ਟਰਾਂਸਫਰ ਹੁੰਦੀ ਹੈ, ਠੀਕ ਹੈ। ਉਹ ਸਾਰਾ ਕੁਛ ਦੇਖਿਆ ਆਪਾਂ। ਫਿਰ ਆਪਾਂ ਮਿਊਜ਼ੀਕਲ ਇੰਸਟਰੂਮੈਂਟ ਦੁਆਰਾ ਸਾਊਂਡ ਕਿਸ ਤਰ੍ਹਾਂ ਪ੍ਰੋਡਿਊਸ ਕੀਤੀ ਜਾਂਦੀ ਹੈ, ਠੀਕ ਹੈ, ਇਹ ਦੇਖਿਆ। ਹੁਣ ਆਪਾਂ ਦੇਖਾਂਗੇ ਸਾਊਂਡ ਪ੍ਰੋਡਿਊਸਡ ਬਾਈ ਦੀ ਹਿਊਮਨਸ। ਹੁਣ ਹਿਊਮਨਸ ਦੁਆਰਾ ਸਾਊਂਡ ਕਿਵੇਂ ਪ੍ਰੋਡਿਊਸ ਕੀਤੀ ਜਾਂਦੀ ਹੈ। ਇਨ ਹਿਊਮਨਸ ਦ ਸਾਊਂਡ ਇਜ਼ ਪ੍ਰੋਡਿਊਸਡ ਬਾਈ ਦੀ ਵੋਇਸ ਬਾਕਸ। ਆਪਣੀ ਕੀ ਇੱਕ ਵੋਇਸ ਬਾਕਸ ਹੁੰਦਾ ਉਸ ਤੋਂ ਕੀ ਆਪਣੀ ਕੀ ਸਾਊਂਡ ਪ੍ਰੋਡਿਊਸ ਹੁੰਦੀ ਹੈ, ਠੀਕ ਹੈ।
ਨੈਕ ਦੇ ਵਿੱਚ ਅਗਰ ਆਪਾਂ ਦੇਖਾਂਗੇ ਆਪਣੀ ਕੀ ਵੌਇਸ ਬਾਕਸ ਹੁੰਦਾ, ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਲਿਰਿੰਗਸ, ਠੀਕ ਹੈ, ਲਿਰਿੰਗਸ ਕਹਿੰਦੇ ਹਾਂ ਉਹਨੂੰ ਆਪਾਂ। ਲਿਰਿੰਗਸ ਇਜ਼ ਪ੍ਰੈਜ਼ੈਂਟ ਟੂਵਰਡਸ ਦੀ ਟੌਪ ਆਫ ਦੀ ਵਿੰਡ ਪਾਈਪ। ਹੁਣ ਆਪਣੀ ਕੀ ਇੱਕ ਵਿੰਡ ਪਾਈਪ ਹੋਊਗੀ, ਉਹਦੇ ਕੀ ਟੌਪ ਦੇ ਉੱਪਰ ਕੀ ਇਹ ਪ੍ਰੈਜ਼ੈਂਟ ਹੁੰਦਾ, ਠੀਕ ਹੈ। ਇਫ ਵੀ ਟੱਚ ਆਰ ਥਰੋਟ, ਹੁਣ ਆਪਾਂ ਕੀ ਥਰੋਟ, ਇੱਥੇ ਕੀ ਆਪਣੇ ਇੱਕ ਥਰੋਟ ਹੁੰਦਾ, ਆਪਾਂ ਦੇਖਦੇ ਹੁੰਦੇ ਨੇ ਛੋਟੇ ਹੁੰਦੇ ਕਰਦੇ, ਠੀਕ ਹੈ, ਉੱਥੇ ਆਪਣੀ ਥਰੋਟ ਨੂੰ ਅਗਰ ਆਪਾਂ ਟੱਚ ਕਰਾਂਗੇ ਵਿਦ ਆਰ ਫਿੰਗਰਸ ਵੀ ਕੈਨ ਫੀਲ ਅ ਬੰਪ। ਉੱਥੋਂ ਕੀ ਇਸ ਤਰ੍ਹਾਂ ਦਾ ਕੀ ਉੱਠਿਆ ਹੋਊਗਾ, ਠੀਕ ਹੈ। ਅਗਰ ਆਪਾਂ ਕੀ ਆਪਣੀ ਗਰਦਨ ਦੇ ਉੱਪਰ ਚੈੱਕ ਕਰਦੇ ਹਾਂ ਤਾਂ ਇਸ ਤਰ੍ਹਾਂ ਦਾ ਕੀ ਥੋੜ੍ਹਾ ਬੰਪਿੰਗ ਜਿਹਾ ਹੁੰਦਾ, ਠੀਕ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ ਲਿਰਿੰਗਸ ਕਹਿੰਦੇ ਹਾਂ, ਠੀਕ ਹੈ, ਜਾਂ ਵੌਇਸ ਬਾਕਸ, ਠੀਕ ਹੈ। This is actually the larynx. The larynx consists of the muscular flap-like membrane known as the vocal cords. ਹੁਣ larynx ਦੀ ਕੀ ਹੈ ਇਸ ਤਰ੍ਹਾਂ ਕੀ ਹੈ ਫਲੈਪ ਲਾਈਕ ਮੈਮਬ੍ਰੇਨ ਹੁੰਦੀ ਹੈ, ਜਿਹਨੂੰ ਆਪਾਂ ਕੀ ਕਹਿੰਦੇ ਹਾਂ ਵੋਕਲ ਕਾਰਡਸ ਕਹਿੰਦੇ ਹਾਂ, ਠੀਕ ਹੈ। ਦ ਵੋਕਲ ਕਾਰਡਸ ਹੈਵ ਨੈਰੋ ਸਲਿਟ ਲਾਈਕ ਸਪੇਸ। ਹੁਣ ਵੋਕਲ ਕਾਰਡਸ ਦੇ ਵਿੱਚ ਕੀ ਬਹੁਤ ਪਤਲੀ ਨੈਰੋ ਜੀ ਸਲਿਟ ਦੀ ਨੈਰੋ ਸਪੇਸ ਹੁੰਦੀ ਹੈ, ਮਤਲਬ ਬਹੁਤ ਪਤਲੀ ਇੱਕ ਸਪੇਸ ਹੁੰਦੀ ਹੈ, ਠੀਕ ਹੈ, ਇਹਨਾਂ ਵਿਚਕਾਰ ਦੋਨੋਂ ਵੋਕਲ ਕਾਰਡਸ ਦੇ ਵਿਚਕਾਰ। ਐਜ਼ ਵੀ ਸਪੀਕ, ਹੁਣ ਜਿਵੇਂ ਆਪਾਂ ਸਪੀਕ ਕਰਦੇ ਹਾਂ ਬੋਲਦੇ ਹਾਂ, ਠੀਕ ਹੈ, ਦ ਏਅਰ ਇਨ ਦੀ ਲੰਗਸ ਇਜ਼ ਫੋਰਸਡ ਆਊਟ। ਹੁਣ ਜਿਹੜੀ ਆਪਣੀ ਲੰਗਸ ਦੇ ਵਿੱਚ ਏਅਰ ਹੁੰਦੀ ਹੈ, ਠੀਕ ਹੈ, ਆਪਾਂ ਸਾਹ ਲੈਂਦੇ ਹਾਂ, ਆਪਣੇ ਲੰਗਸ ਦੇ ਵਿੱਚ ਏਅਰ ਹੈ, ਹੁਣ ਆਪਾਂ ਕੀ ਬੋਲਾਂਗੇ ਤਾਂ ਆਪਣੀ ਕੀ ਉਹ ਜਿਹੜੀ ਏਅਰ ਹੋਊਗੀ ਲੰਗਸ ਦੁਆਰਾ ਕੀ ਕੀਤੀ ਜਾਂਦੀ ਹੈ ਫੋਰਸ ਆਊਟ ਕੀਤੀ ਜਾਂਦੀ ਹੈ, ਮੀਨਸ ਬਾਹਰ ਨਿਕਲਦੀ ਹੈ, ਠੀਕ ਹੈ। ਜਦੋਂ ਉਹ ਬਾਹਰ ਨਿਕਲਦੀ ਹੈ ਇਸ ਸਲਿਟ ਦੇ ਦੁਆਰਾ ਇਸ ਸਲਿਟ ਦੇ ਵਿੱਚੋਂ ਦੀ ਆਊਗੀ, ਠੀਕ ਹੈ, ਵਿਚ ਮੇਕਸ ਦੀ ਵੋਕਲ ਕਾਰਡ ਵਾਈਬਰੇਟਸ। ਜਦੋਂ ਇਸ ਸਲਿਟ ਦੇ ਵਿੱਚੋਂ ਏਅਰ ਨਿਕਲੂਗੀ ਤਾਂ ਉਹ ਕੀ ਕਰਦੀ ਹੈ ਜਿਹੜੀ ਵੋਕਲ ਕਾਰਡਸ ਹੁੰਦੀ ਹੈ ਉਹਨਾਂ ਨੂੰ ਕੀ ਕਰਦੀ ਹੈ ਵਾਈਬਰੇਟ ਕਰਦੀ ਹੈ, ਜਿਸ ਦੁਆਰਾ ਕਿ ਸਾਊਂਡ ਕੀ ਹੈ ਪ੍ਰੋਡਿਊਸ ਹੁੰਦੀ ਹੈ, ਠੀਕ ਹੈ। ਇਨ ਹਿਊਮਨਸ ਦ ਲੈਂਥ ਆਫ ਦੀ ਵੋਕਲ ਕਾਰਡ ਵੇਰੀਜ਼। ਹੁਣ ਹਰ ਇੱਕ ਹਿਊਮਨਸ ਦੀ ਕੀ ਹੈ ਵੋਕਲ ਕਾਰਡ ਦੀ ਲੈਂਥ ਕੀ ਹੈ ਵੇਰੀ ਕਰਦੀ ਹੈ, ਠੀਕ ਹੈ। ਇਨ ਮੇਲਸ ਇਟ ਇਜ਼ ਅਬਾਊਟ 20 mm ਇਨ ਲੈਂਥ। ਹੁਣ ਮੇਲਸ ਦੇ ਵਿੱਚ ਕੀ ਹੈ 20 mm ਦੀ ਹੁੰਦੀ ਹੈ, ਠੀਕ ਹੈ। ਇਨ ਫੀਮੇਲਸ ਦੇ ਵਿੱਚ ਕੀ ਹੈ ਫੀਮੇਲ ਔਰ ਚਿਲਡਰਨ ਦੇ ਵਿੱਚ ਕੀ ਹੈ 5 mm ਦੀ ਹੁੰਦੀ ਹੈ, ਠੀਕ ਹੈ। ਦਿਸ ਇਜ਼ ਦੀ ਰੀਜ਼ਨ। ਹੁਣ ਇਹ ਰੀਜ਼ਨ ਹੈ, ਆਪਾਂ ਕਹਿੰਦੇ ਹਾਂ ਕਿ ਆਪਾਂ ਪਿੱਛੇ ਪੜ੍ਹਿਆ ਕਿ ਆਦਮੀਆਂ ਦੀ ਆਵਾਜ਼ ਜਿਹੜੀ ਮੈਨਸ ਦੀ ਆਵਾਜ਼ ਹੁੰਦੀ ਹੈ ਉਹ ਥੋੜ੍ਹੀ ਕੀ ਭਾਰੀ ਹੁੰਦੀ ਹੈ ਅਤੇ ਜਿਹੜੀ ਵੀਮਨ ਦੀ ਆਵਾਜ਼ ਹੁੰਦੀ ਹੈ ਉਹ ਕੀ ਹੈ ਪਤਲੀ ਹੁੰਦੀ ਹੈ, ਠੀਕ ਹੈ। ਇਸੇ ਰੀਜ਼ਨ ਕਰਕੇ ਹੁੰਦੀ ਹੈ ਕਿਉਂਕਿ ਉਹਨਾਂ ਦੀ ਕੀ ਹੈ ਵੋਕਲ ਕਾਰਡਸ ਦੇ ਵਿੱਚ ਕੀ ਹੈ ਵੋਕਲ ਕਾਰਡ ਦੀ ਲੈਂਥ ਦੇ ਵਿੱਚ ਵੇਰੀਏਸ਼ਨ ਹੁੰਦੀ ਹੈ, ਠੀਕ ਹੈ। ਦਿਸ ਇਜ਼ ਦੀ ਰੀਜ਼ਨ ਵਾਈ ਦੀ ਸਾਊਂਡ ਪ੍ਰੋਡਿਊਸ ਬਾਈ ਦੀ ਚਿਲਡਰਨ ਐਂਡ ਦੀ ਵੀਮਨ ਹੈਜ਼ ਹਾਇਰ ਪਿਚ। ਇਸ ਲਈ ਉਹਨਾਂ ਦੀ ਕੀ ਹਾਇਰ ਪਿਚ ਹੁੰਦੀ ਹੈ, ਕਿਉਂਕਿ ਉਹਨਾਂ ਦੀ ਵੋਕਲ ਕਾਰਡ ਦੀ ਲੈਂਥ ਕੀ ਹੈ ਸ਼ਾਰਟ ਹੁੰਦੀ ਹੈ ਐਜ਼ ਕੰਪੇਅਰ ਟੂ ਦੀ ਮੈਨ, ਠੀਕ ਹੈ। ਨੈਕਸਟ ਹੈਗਾ ਸਾਊਂਡ ਪ੍ਰੋਡਿਊਸਡ ਬਾਈ ਦੀ ਐਨੀਮਲਸ। ਹੁਣ ਆਪਾਂ ਕੀ ਹੈ ਪਹਿਲਾਂ ਮਿਊਜ਼ੀਕਲ ਇੰਸਟਰੂਮੈਂਟ ਦਾ ਦੇਖਿਆ, ਫਿਰ ਹਿਊਮਨਸ ਦਾ ਦੇਖਿਆ, ਹੁਣ ਆਪਾਂ ਕੀ ਹੈ ਸਾਊਂਡ ਪ੍ਰੋਡਿਊਸਡ ਬਾਈ ਐਨੀਮਲਸ ਦੇਖਾਂਗੇ, ਠੀਕ ਹੈ। ਐਨੀਮਲਸ ਪ੍ਰੋਡਿਊਸ ਅ ਵਾਈਡ ਰੇਂਜ ਆਫ ਸਾਊਂਡਸ। ਐਨੀਮਲਸ ਕੀ ਬਹੁਤ ਤਰ੍ਹਾਂ ਦੀਆਂ ਆਵਾਜ਼ਾਂ ਕੀ ਹੈ ਬਹੁਤ ਤਰ੍ਹਾਂ ਦੀ ਆਵਾਜ਼ਾਂ ਕੱਢਦੇ ਆ, ਠੀਕ ਹੈ। ਮੋਸਟ ਆਫ ਦੈਮ ਯੂਜ਼ ਲੰਗਸ ਟੂ ਬਲੋ ਏਅਰ ਦੈਟ ਕਾਜ਼ਸ ਦੀ ਵਾਈਬ੍ਰੇਸ਼ਨ ਆਫ ਦੀ ਵੋਕਲ ਕਾਰਡਸ। ਕੁਛ ਜਿਹੜੇ ਹੁੰਦੇ ਆ ਉਹ ਕਿ ਆਪਣੇ ਲੰਗਸ ਦਾ ਯੂਜ਼ ਕਰਦੇ ਆ, ਠੀਕ ਹੈ, ਟੂ ਬਲੋ ਦੀ ਏਅਰਸ ਨੂੰ ਬਾਹਰ ਕੱਢਦੇ ਆ, ਠੀਕ ਹੈ, ਅਤੇ ਉਸ ਤਰ੍ਹਾਂ ਕੀ ਉਹਨਾਂ ਦੀ ਵੋਕਲ ਕਾਰਡਸ ਵਾਈਬਰੇਟ ਕਰਦੀਆਂ ਜਿਸ ਦੁਆਰਾ ਕੀ ਸਾਊਂਡ ਪ੍ਰੋਡਿਊਸ ਹੁੰਦੀ ਹੈ। ਜਿਵੇਂ ਡੌਗ, ਕੈਟ, ਕੈਟਲ, ਹੌਰਸ, ਡੋਂਕੀ ਐਟਸੈਕਟਰਾ, ਇਹ ਸਾਰੇ ਕੀ ਇਸ ਤਰੀਕੇ ਦੇ ਨਾਲ ਕੀ ਸਾਊਂਡ ਪ੍ਰੋਡਿਊਸ ਕਰਦੇ ਆ। ਸਮੋਲ ਐਨੀਮਲਸ ਲਾਈਕ ਇਨਸੈਕਟਸ ਹੋ ਗਏ, ਜਿਵੇਂ ਬੀਜ਼ ਹੋ ਗਏ, ਬਟਰਫਲਾਈਜ਼ ਹੋ ਗਈਆਂ, ਵਿਚ ਡੂ ਨਾਟ ਹੈਵ ਲੰਗਸ। ਹੁਣ ਇਹਨਾਂ ਦੀ ਕੋਈ ਲੰਗਸ ਨਹੀਂ ਹੁੰਦੀ। ਇਹ ਕਿਵੇਂ ਸਾਊਂਡ ਪ੍ਰੋਡਿਊਸ ਕਰਦੀਆਂ ਪ੍ਰੋਡਿਊਸ ਇਜ਼ ਅ ਬਜ਼ਿੰਗ ਸਾਊਂਡ। ਇਹਨਾਂ ਦੀ ਕੀ ਬਜ਼ਿੰਗ ਸਾਊਂਡ ਹੁੰਦੀ ਹੈ। ਬਜ਼ਿੰਗ ਸਾਊਂਡ ਜਿਵੇਂ ਠੀਕ ਹੈ ਇਸ ਤਰ੍ਹਾਂ ਦੀ ਜਿਹੜੀ ਸਾਊਂਡ ਪ੍ਰੋਡਿਊਸ ਕਰਦੀ ਹੈ, ਠੀਕ ਹੈ। ਦਿਸ ਸਾਊਂਡ ਇਜ਼ ਐਕਚੁਅਲੀ ਡਿਊ ਟੂ ਦੀ ਵਾਈਬ੍ਰੇਸ਼ਨ ਆਫ ਦੇਅਰ ਫਲਟਰਿੰਗ ਵਿੰਗਸ। ਹੁਣ ਇਹ ਸਾਊਂਡ ਕਿਵੇਂ ਪ੍ਰੋਡਿਊਸ ਕਰਦੇ ਆ ਇਹ ਜਿਹੜੇ ਵਿੰਗਸ ਹੁੰਦੇ ਆ ਉਹਨਾਂ ਦੁਆਰਾ ਕੀ ਹੈ ਸਾਊਂਡ ਪ੍ਰੋਡਿਊਸ ਕਰਦੇ ਆ, ਉਹਨਾਂ ਨੂੰ ਕੀ ਕਰਦੇ ਫਲਟਰਿੰਗ ਕਰਦੀ ਹੈ, ਠੀਕ ਹੈ, ਉਦੋਂ ਇਹਨਾਂ ਦੀ ਕੀ ਹੈ ਸਾਊਂਡ ਪ੍ਰੋਡਿਊਸ ਹੁੰਦੀ ਹੈ, ਠੀਕ ਹੈ। ਫਿਸ਼ ਯੂਜ਼ ਦੀ ਏਅਰ ਬਲੈਡਰ ਟੂ ਪ੍ਰੋਡਿਊਸ ਦੀ ਸਾਊਂਡ। ਹੁਣ ਫਿਸ਼ ਕੀ ਕਰਦੀ ਹੈ ਆਪਣਾ ਏਅਰ ਬਲੈਡਰ ਨੂੰ ਯੂਜ਼ ਕਰਦੀ ਹੈ ਸਾਊਂਡ ਪ੍ਰੋਡਿਊਸ ਕਰਨ ਦੇ ਲਈ, ਠੀਕ ਹੈ। ਦੇ ਫਸਟ ਫਿਲ ਦੀ ਏਅਰ ਬਲੈਡਰ। ਜਿਹੜਾ ਏਅਰ ਬਲੈਡਰ ਆ ਉਹਨੂੰ ਕੀ ਹੈ ਪਹਿਲਾਂ ਕੀ ਹੈ ਹਵਾ ਦੇ ਨਾਲ ਕੀ ਫਿਲ ਕਰ ਲੈਂਦੇ ਆ ਵਿਦ ਏਅਰ ਐਂਡ ਦੈਨ ਯੂਜ਼ ਇਟ ਟੂ ਬਲੋ ਦੀ ਏਅਰ। ਹੁਣ ਫਿਰ ਕੀ ਕਰਦੇ ਆ ਉਹਨੂੰ
ਏਅਰ ਨੂੰ ਕੀ ਕਰਦੇ ਆ, ਬਲੋ ਕਰਦੇ ਆ, ਜਿਹੜੀ ਕਿ ਉਹਨਾਂ ਦੇ ਵੋਕਲ ਕੋਰਡਸ ਨੂੰ ਕੀ ਵਾਈਬ੍ਰੇਟ ਕਰਦੀ ਹੈ ਅਤੇ ਫਿਰ ਕੀ ਹੈ ਸਾਊਂਡ ਪ੍ਰੋਡਿਊਸ ਹੁੰਦੀ ਹੈ। ਫਰੋਗ ਕਰੌਕ ਵਿਦ ਦੀ ਹੈਲਪ ਆਫ ਵੋਇਸ ਬਾਕਸ ਵਾਈਲ ਕਰੌਕਿੰਗ ਫਰੋਗ ਪਫ ਦੇਅਰ ਥਰੋਟ ਲਾਈਕ ਅ ਬੈਲੂਨ। ਹੁਣ ਆਪਾਂ ਦੇਖਿਆ ਜਿਹੜਾ ਫਰੋਗ ਹੁੰਦਾ ਉਹ ਕੀ ਆਪਣਾ ਜਿਹੜਾ ਕੀ ਹੈ ਥਰੋਟ ਹੁੰਦਾ ਉਹਨੂੰ ਕੀ ਬੈਲੂਨ ਦੀ ਤਰ੍ਹਾਂ ਕੀ ਹੈ ਪਹਿਲਾਂ ਕੀ ਹੈ ਫੁਲਾ ਲੈਂਦਾ, ਠੀਕ ਹੈ, ਅਤੇ ਫਿਰ ਉਹ ਕੀ ਹੈ ਆਵਾਜ਼ ਸਾਊਂਡ ਪ੍ਰੋਡਿਊਸ ਕਰਦਾ, ਠੀਕ ਹੈ। ਹੁਣ ਆਪਾਂ ਇੱਥੇ ਤੱਕ ਹੀ ਆਪਾਂ ਸਾਰਾ ਕਰ ਲਿਆ ਕਿ ਸਾਊਂਡ ਕਿਸ ਤਰ੍ਹਾਂ ਕਿਵੇਂ ਪ੍ਰੋਡਿਊਸ ਕਰਦੇ ਹਾਂ, ਹਾਊ ਸਾਊਂਡ ਇਜ਼ ਪ੍ਰੋਡਿਊਸਡ, ਠੀਕ ਹੈ। ਨੈਕਸਟ ਹੁਣ ਆਪਾਂ ਕਰਾਂਗੇ ਕਿ ਸਾਊਂਡ ਨੂੰ ਆਪਾਂ ਕਿਵੇਂ ਆਪਣੇ ਕੀ ਕੰਨ ਦੇ ਵਿੱਚ ਕੀ ਸਾਊਂਡ ਆਪਾਂ ਸੁਣਦੇ ਹਾਂ, ਕਿਵੇਂ ਵਾਈਬ੍ਰੇਸ਼ਨ ਹੁੰਦੀ ਹੈ, ਠੀਕ ਹੈ। ਇਹ ਸਾਰਾ ਆਪਾਂ ਦੇਖਾਂਗੇ, ਠੀਕ ਹੈ। ਕੱਲ੍ਹ ਆਪਣਾ ਕੀ ਚੈਪਟਰ ਕੰਪਲੀਟ ਹੋ ਜਾਊਗਾ, ਠੀਕ ਹੈ। ਥੈਂਕ ਯੂ। ਅੱਜ ਲਈ